ਅੱਜ ਦੇ ਖਬਰਸਾਰ ਵਿਸ਼ਲੇਸ਼ਣ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ ਰੂਬਰੂ ਨੇ ਉੱਘੇ ਲੇਖਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ। ਸਭ ਤੋਂ ਪਹਿਲਾਂ ਡਾਕਟਰ ਭਗਵੰਤ ਸਿੰਘ ਜੀ, ਤੁਹਾਡਾ ਵੈਲਕਮ, ਸਵਾਗਤ। ਬਹੁਤ ਬਹੁਤ ਸ਼ੁਕਰੀਆ ਭਿੰਦਰ ਸਾਹਿਬ। ਡਾਕਟਰ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦਾ ਲੰਘੇ ਕੱਲ ਸ਼ਰਧਾਂਜਲੀ ਸਮਾਗਮ ਸੀ, ਭਾਰਤ ਸਰਕਾਰ ਵੱਲੋਂ ਬਕਾਇਦਾ ਗ੍ਰਹਿ ਮੰਤਰੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਆਏ। ਉਹਨਾਂ ਨੇ ਜਿੱਥੇ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ, ਉੱਥੇ ਗਵਰਨਮੈਂਟ ਆਫ ਇੰਡੀਆ ਵੱਲੋਂ ਵੀ ਸ਼ਰਧਾਂਜਲੀ ਅਰਪਿਤ ਕੀਤੀ। ਅਸਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਪਛਾਣ ਸੀ, ਉਹ ਸਿਆਸੀ ਜਿਹੜੀ ਪਛਾਣ ਹੈ ਉਹਦੇ ਤੋਂ ਬਹੁਤ ਉੱਪਰਲੇ ਮਾਮਲੇ ਉੱਤੇ ਪਹੁੰਚੀ ਹੋਈ ਸਾਹਮਣੇ ਆਈ ਹੈ, ਜਿਹੜਾ ਪਿਛਲੇ ਕਈ ਦਿਨਾਂ ਤੋਂ ਜ਼ਿਕਰ ਸਾਹਮਣੇ ਆ ਰਿਹਾ ਹੈ ਕਿ ਉਹ ਸਿਆਸੀ ਵਰਗਲਾਵਾਂ ਤੋਂ ਬਹੁਤ ਉੱਪਰ ਲੰਘ ਚੁੱਕੇ ਸਨ। ਭਾਵੇਂ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ ਸਿਆਸੀ ਚਿਹਰੇ ਮੋਹਰੇ ਪੱਖੋਂ ਉਹਨਾਂ ਦਾ ਇੱਕ ਵੱਡਾ ਕੱਦ ਸੀ, ਪਰੰਤੂ ਅਸਲ ਦੇ ਵਿੱਚ ਉਹ ਸਾਰੀ ਉਮਰ ਸਿਆਸਤ ਨਾਲ ਜੁੜੇ ਰਹੇ। ਅਖੀਰਲੇ ਦਮ ਤੱਕ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸਰਪ੍ਰਸਤ ਸਨ ਤੇ ਉਹਨਾਂ ਨੇ ਜਿਹੜੀ ਆਖਰੀ ਵਿਧਾਨ ਸਭਾ ਦੀ ਚੋਣ ਲੜੀ, ਉਹ ਵੀ ਉਹਨਾਂ ਨੇ ਬਤੌਰ ਮੁੱਖ ਸਰਪ੍ਰਸਤ ਵਜੋਂ ਹੀ ਚੋਣ ਲੜੀ, ਕਿਉਂਕਿ ਉਹ ਮੁੱਖ ਸਰਪ੍ਰਸਤ ਦੀ ਪਾਰਟੀ ਨੇ ਉਹਨਾਂ ਤੇ ਜ਼ਿੰਮੇਵਾਰੀ ਪਾਈ ਹੋਈ ਸੀ। ਹਾਲਾਂਕਿ ਮੁੱਖ ਸਰਪ੍ਰਸਤ ਦਾ ਜਿਹੜਾ ਚਿਹਰਾ ਹੈ ਜਾਂ ਇਹ ਪਛਾਣ ਹੈ ਜਾਂ ਇਹ ਅਹੁਦਾ ਹੈ, ਅਸਲ ਦੇ ਵਿੱਚ ਡਾਕਟਰ ਸਾਹਿਬ ਇਹ ਨਾ ਹੀ ਜਥੇਬੰਦਕ ਹੈ, ਨਾ ਹੀ ਸੰਵਿਧਾਨਕ। ਇਸ ਸਰਪ੍ਰਸਤ ਦੇ ਜਾਂ ਮੁੱਖ ਸਰਪ੍ਰਸਤ ਨੂੰ ਅਸਲ ਦੇ ਵਿੱਚ ਪਾਰਟੀਆਂ ਇੱਕ ਉਸ ਕਦਾਵਰ ਆਗੂ ਨੂੰ, ਜਿਸ ਦੀ ਬਹੁਤ ਜ਼ਿਆਦੀ ਜਾਂ ਏਜ ਹੋ ਜਾਏ ਜਾਂ ਪਾਰਟੀ ਦੇ ਵਿੱਚ ਉਹਨਾਂ ਦਾ ਵੱਡਾ ਕੱਦ ਬਣੇ, ਉਸ ਆਗੂ ਨੂੰ ਸਰਪ੍ਰਸਤ ਤੇ ਮੁੱਖ ਸਰਪ੍ਰਸਤ ਵਜੋਂ ਥਾਪ ਦਿੰਦੀਆਂ ਨੇ, ਚੁਣ ਲੈਂਦੀਆਂ ਨੇ। ਡਾਕਟਰ ਸਾਹਿਬ, ਸਰਪ੍ਰਸਤ ਜਾਂ ਮੁੱਖ ਸਰਪ੍ਰਸਤ ਗੱਲ ਭਾਵੇਂ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਕਰ ਰਹੇ ਹਾਂ, ਪਰੰਤੂ ਇਹ ਦੋਵੇਂ ਅਹੁਦੇ ਇਸ ਵੇਲੇ ਸਿਆਸੀ ਲਿਹਾਜ਼ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸੰਗਠਿਤ ਹਨ। ਤੇ ਇਸ ਸਾਰੇ ਮਾਮਲੇ ਨੂੰ ਡਾਕਟਰ ਸਾਹਿਬ ਤੁਸੀਂ ਆਪਣੀ ਸਮਝ ਨਾਲ ਵਿਸਤਾਰਪੂਰਵਕ ਖੋਲਿਓ ਕਿ ਦੋਨੇ ਅਹੁਦਿਆਂ ਦਾ ਅਸਲ ਦੇ ਵਿੱਚ ਪੂਰਨ ਤੌਰ ਤੇ ਮਹੱਤਵ ਕੀ ਹੈ। ਭਿੰਦਰ ਸਾਹਿਬ, ਸਰਪ੍ਰਸਤ ਦਾ ਮਤਲਬ ਇਹ ਹੁੰਦਾ ਵੀ ਉਹਦੀ ਸਰਪ੍ਰਸਤੀ ਤੋਂ ਭਾਵ ਕੋਈ ਜਿਸ ਵਿਅਕਤੀ ਦਾ ਇੰਨਾ ਵੱਡਾ ਤਜਰਬਾ ਹੋਵੇ, ਉਸਦਾ ਐਡਾ ਵੱਡਾ ਕੱਦ ਹੋਵੇ, ਉਸਦਾ ਦੇਸ਼ ਵਿਦੇਸ਼ ਦੇ ਵਿੱਚ ਵੱਡਾ ਨਾਂ ਹੋਵੇ। ਇਸ ਕਰਕੇ ਕਈ ਪਾਰਟੀਆਂ ਔਰ ਜਥੇਬੰਦੀਆਂ ਆਮ ਹੁੰਦਾ ਉਹਨੂੰ ਸਰਪ੍ਰਸਤ ਬਣਾ ਲੈਂਦੀਆਂ ਨੇ। ਸਰਪ੍ਰਸਤ ਦਾ ਕੋਈ ਸੰਵਿਧਾਨਿਕ ਅਹੁਦਾ ਨਹੀਂ ਹੁੰਦਾ, ਨਾ ਹੀ ਇਹਦਾ ਕੋਈ ਵੋਟ ਦਾ ਅਧਿਕਾਰ ਹੁੰਦਾ, ਨਾ ਇਹਨਾਂ ਪਾਸ ਕੋਈ ਪਾਵਰ ਹੁੰਦੀ ਹੈ। ਇਹ ਸਿਰਫ ਆਪਣੀ ਆਭਾ ਨੂੰ ਵਧਾਉਣ ਦੇ ਲਈ ਪਾਰਟੀ ਜਥੇਬੰਦੀ ਉਹ ਆਪਣੇ ਆਪ ਨੂੰ ਵੱਡਾ ਕਰਨ ਦੇ ਲਈ ਕਿਸੇ ਬਹੁਤ ਵੱਡੀ ਸ਼ਖਸੀਅਤ, ਜਿਹੜੀ ਕਿ ਬਹੁਤ ਹੀ ਵੱਡਾ ਨਾਮੀ ਨਾਮ ਹੈ, ਜਿਹਦੇ ਬਹੁਤ ਵੱਡਾ ਤਜਰਬਾ ਹੈ, ਉਹ ਤੋਂ ਸੇਧ ਲੈਣ ਦੇ ਲਈ, ਜਾਂ ਉਹਦੀ ਜਿਸ ਤਰ੍ਹਾਂ ਕਿ ਆਪਾਂ ਕਹਿ ਦਿੰਦੇ ਹਾਂ ਵੀ ਵੱਡੇ ਉਹਦੀ ਸਰਪ੍ਰਸਤੀ ਹੇਠ ਰਹਿ ਰਹੇ ਹਾਂ, ਉਹਨਾਂ ਨੂੰ ਸਰਪ੍ਰਸਤ ਬਣਾ ਲੈਂਦੇ ਨੇ, ਜਿਹੜਾ ਕਿ ਉਹਨਾਂ ਨੂੰ ਦਿਸ਼ਾ ਨਿਰਦੇਸ਼ ਜਾਂ ਉਹਨਾਂ ਨੂੰ ਸਲਾਹ ਦਿੰਦਾ। ਉਹਦੀ ਸਲਾਹ ਦਾ ਅਨੁਸਰਨ ਕਰਨਾ ਨਾ ਕਰਨਾ ਉਹਨਾਂ ਦੀ ਮਰਜ਼ੀ ਹੈ, ਵੈਸੇ ਕਰਦੇ ਹੀ ਨੇ, ਕਿਉਂਕਿ ਜੋ ਵੀ ਕਿਸੇ ਵੱਡੀ ਸ਼ਖਸੀਅਤ ਨੂੰ ਬਣਾਇਆ ਜਾਂਦਾ ਹੈ ਸਰਪ੍ਰਸਤ, ਜਿਸ ਤਰ੍ਹਾਂ ਕਿ ਕਈ ਹੋਰ ਜਥੇਬੰਦੀਆਂ ਵੀ ਅਕਸਰ ਜਥੇਬੰਦੀਆਂ ਹੁੰਦੀਆਂ ਨੇ ਗੀਆਂ, ਉਹਨਾਂ ਦੇ ਵਿੱਚ ਵੀ ਇੱਕ ਸਰਪ੍ਰਸਤ ਦਾ ਅਹੁਦਾ ਬਣਾ ਲੈਂਦੇ ਨੇ ਤੇ ਉਹਦੀ ਸਰਪ੍ਰਸਤ ਦਾ ਉਹਨਾਂ ਨੂੰ ਮਾਣ ਸਤਿਕਾਰ ਦਿੰਦੇ ਨੇ। ਤੇ ਉਹਨਾਂ ਦੀ ਜੇ ਕੋਈ ਕਦੇ ਕਦਾਈ ਨਾ ਉਹਨਾਂ ਦਾ ਵੋਟ ਦਾ ਅਧਿਕਾਰ ਨਹੀਂ ਹੁੰਦਾ, ਵੋਟ ਪਾਉਂਦੇ ਵੀ ਨਹੀਂ ਸਰਪ੍ਰਸਤ ਦਾ, ਇਹ ਵੀ ਹੈਗਾ ਸਰਪ੍ਰਸਤ ਦੀ, ਪਰ ਉਹਨਾਂ ਦੀ ਰਾਏ ਦਾ, ਉਹਨਾਂ ਦੀ ਸਲਾਹ ਦਾ ਪੂਰੀ ਕਦਰ ਕੀਤੀ ਜਾਂਦੀ, ਉਹਨਾਂ ਦੇ ਉਹਨਾਂ ਪਾਸ ਵਿਸ਼ਾਲ ਤਜਰਬਾ ਹੁੰਦਾ, ਜ਼ਿੰਦਗੀ ਦਾ ਤਜਰਬਾ ਹੁੰਦਾ ਤੇ ਉਹਨਾਂ ਪਾਸ ਅਨੁਭਵ ਹੁੰਦਾ। ਉਹਨਾਂ ਦੇ ਅਨੁਭਵ ਤੋਂ ਔਰ ਉਹਨਾਂ ਦੀ ਜਿਹੜੀ ਪ੍ਰਸਿੱਧੀ ਹੈ ਉਹਦਾ ਲਾਹਾ ਲਾ ਲਈਏ, ਚਾਹੇ ਜਿਸ ਤਰ੍ਹਾਂ ਵੀ ਕਹੀਏ, ਉਹਦੇ ਨਾਲ ਆਪਣੇ ਆਪ ਦਾ ਕੱਦ ਉੱਚਾ ਕਰਨ ਦੇ ਲਈ ਪਾਰਟੀਆਂ ਤੇ ਜਥੇਬੰਦੀਆਂ ਸਰਪ੍ਰਸਤ ਬਣਾਉਂਦੀਆਂ। ਮਤਲਬ ਡਾਕਟਰ ਸਾਹਿਬ, ਤੁਹਾਡੇ ਮੁਤਾਬਕ ਸਰਪ੍ਰਸਤ ਉਦੋਂ ਬਣਾਇਆ ਜਾਂਦਾ ਹੈ ਜਦੋਂ ਉਸ ਸ਼ਖਸ ਦੇ ਕੋਲ ਬਹੁਤ ਸਾਰਾ ਤਜਰਬਾ ਹੋ ਜਾਏ ਤੇ ਪਾਰਟੀ ਦੇ ਵਿੱਚ ਵਰਕਿੰਗ ਲਿਹਾਜ਼ ਤੋਂ ਉਹ ਇੱਕ ਤਰ੍ਹਾਂ ਨਾਨ ਐਕਟਿਵ ਹੋਵੇ। ਹਾਂਜੀ ਡਾਕਟਰ ਸਾਹਿਬ। ਹਾਂਜੀ, ਪਾਰਟੀ ਦੇ ਵਿੱਚੋਂ ਵੀ ਬਣਾਉਂਦੇ ਨੇ। ਕਈ ਵਾਰੀ ਸਰਪ੍ਰਸਤ ਦਾ ਇਹ ਹੁੰਦਾ ਵੀ ਬਹੁਤ ਵੱਡਾ ਕੋਈ ਵਿਸ਼ਵ ਪੱਧਰ ਤੇ ਬੰਦਾ ਨਾ, ਉਹਨੂੰ ਵੀ ਆਪਣਾ ਸਰਪ੍ਰਸਤ ਮੰਨ ਲੈਂਦੇ ਨੇ ਕਈ ਵਾਰੀ। ਪਰ ਜਿੱਥੇ ਤੱਕ ਹੈ ਵੀ ਪਾਰਟੀਆਂ ਦੇ ਵਿੱਚ, ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਕਿਉਂਕਿ ਉਹਨਾਂ ਦਾ 70 ਸਾਲ ਦਾ ਲੰਬਾ ਤਜਰਬਾ, ਪੂਰੀ ਉਮਰ ਉਹਨਾਂ ਨੇ ਤਾਉਮਰ ਰਾਜਨੀਤੀ ਚਲਾਈ ਸੀ ਤੇ ਉਹ ਅਕਾਲੀ ਦਲ ਦੇ ਮੁੱਖ ਸਰਪ੍ਰਸਤ ਸੀ ਤੇ ਉਹਨਾਂ ਦਾ ਬਹੁਤ ਵੱਡਾ ਵਿਸ਼ਾਲ ਤਜਰਬਾ ਸੀ, ਵਿਸ਼ਾਲ ਗਿਆਨ ਸੀ, ਵਿਸ਼ਾਲ ਅਨੁਭਵ ਸੀ, ਵੱਡੇ ਲੀਡਰ ਸਨ ਉਹ, ਤੇ ਇਸ ਕਰਕੇ ਉਹ ਅਕਾਲੀ ਦਲ ਦੇ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੀ। ਉਹਨਾਂ ਦੀ ਤਜਰਬੇ ਤੋਂ ਫਾਇਦਾ ਉਠਾਉਣ ਦੇ ਲਈ, ਕਿਉਂਕਿ ਉਹ
बेशक उम्र के हिसाब नाल उस तरह एक्टिव नहीं थी, परंतु उन्हां दी जो विचारधारा सी, उन्हां दे दिशा निर्देश सी, उन्हां तो फायदा उठाउण दे लई पार्टी ने उन्हां नूं सरपरस्त बनाया होया। बिल्कुल जी, भावें प्रकाश सिंह बादल एक वडेरी उम्र ਦੇ ਸਨ। ਦੱਸਿਆ ਭਾਵੇਂ ਉਹਨਾਂ ਨੂੰ 95 96 ਸਾਲ ਦਾ ਗਿਣਿਆ ਜਾ ਰਿਹਾ ਹੈ, ਦਰਸਾਇਆ ਜਾ ਰਿਹਾ ਹੈ, ਪਰੰਤੂ ਇਹ ਵੀ ਖਬਰਾਂ ਨੇ ਕਿ ਉਹਨਾਂ ਦੀ ਉਮਰ 98 ਨੂੰ ਢੁੱਕੀ ਹੋਈ ਸੀ। ਖੈਰ, ਉਮਰਾਂ ਦੇ ਵਿੱਚ ਕੀ ਪਿਆ ਹੈ। ਮਾਮਲਾ ਇੱਥੇ ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਅਗਲੇ ਸਰਪ੍ਰਸਤ ਕੌਣ ਹੋਣਗੇ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ ਮੁੱਖ ਸਰਪ੍ਰਸਤ ਸਨ ਤੇ ਉਹਨਾਂ ਦੇ ਦੇਹਾਂਤ ਮਗਰੋਂ ਇਹ ਜਿਹੜੀ ਹੈ ਸੀਟ, ਇਹ ਹੁਣ ਇੱਕ ਵਾਰ ਵਿਰਵੀ ਹੋ ਗਈ ਹੈ। ਮੋਟੇ ਤੌਰ ਤੇ ਕਹਿ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਮੁੱਖ ਸਰਪ੍ਰਸਤ ਤੋਂ ਵੰਚਿਤ ਹੋ ਗਿਆ ਹੈ, ਜਾਂ ਇਹ ਵੀ ਗੱਲ ਇੱਕ ਸਾਹਮਣੇ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਦੋ ਸਰਪ੍ਰਸਤਾਂ, ਮੁੱਖ ਸਰਪ੍ਰਸਤ ਜਿੱਥੇ ਪ੍ਰਕਾਸ਼ ਸਿੰਘ ਬਾਦਲ ਸਨ, ਉੱਥੇ ਸਰਪ੍ਰਸਤ ਵਜੋਂ ਪਾਰਟੀ ਦੇ ਇੱਕ ਵਾਹਦ ਆਗੂ ਰਣਜੀਤ ਸਿੰਘ ਬਰਮਪੁਰਾ ਵੀ ਸਨ, ਜਿਨ੍ਹਾਂ ਦਾ ਪਿਛਲੇ ਸਮੇਂ ਦੇਹਾਂਤ ਹੋ ਗਿਆ ਸੀ। ਇਹ ਦੋਵੇਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਹੁਣ ਇਸ ਵੇਲੇ ਖਾਲੀ ਹਨ। ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੋਵੇਂ ਸੀਟਾਂ ਨੂੰ ਕਦੋਂ ਭਰੇਗਾ, ਇਹ ਕੀ, ਤੇ ਨਾਲ ਇਹ ਵੀ ਸਵਾਲ ਹੈ ਕਿ ਕੀ ਇਹ ਦੋਵੇਂ ਸੀਟਾਂ ਭਰਨੀਆਂ ਜ਼ਰੂਰੀ ਵੀ ਹਨ। ਡਾਕਟਰ ਸਾਹਿਬ, ਇੱਥੇ ਜਿਹੜੇ ਹਾਲਾਤ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਗੰਭੀਰ ਹੋ ਕੇ ਬਾਚੀਏ, ਦੇਖੀਏ, ਪੜਚੋਲੀਏ, ਤਾਂ ਜਿਹੜੇ ਮੁੱਢਲੇ ਹਾਲਾਤ ਸਾਹਮਣੇ ਆ ਰਹੇ ਨੇ, ਫਿਲਹਾਲ ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਜਾਂ ਮੁੱਖ ਸਰਪ੍ਰਸਤ ਬਣਾਉਣ ਲਈ ਕਾਲ ਨਹੀਂ ਕਰੇਗਾ, ਕਿਉਂਕਿ ਇਸ ਵੇਲੇ ਇੱਕ ਵੱਡੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਇਸ ਵੇਲੇ ਬਰਮਪੁਰਾ ਸਾਹਿਬ ਤੇ ਬਾਦਲ ਸਾਹਿਬ, ਇਹਨਾਂ ਦੇ ਕਦਾਵਰ ਕੋਈ ਸ਼ਾਇਦ ਹੀ ਹੋਰ ਆਗੂ ਹੋਵੇ, ਕਿਉਂਕਿ ਇਸ ਵੇਲੇ ਜੇ ਵੇਖਿਆ ਜਾਵੇ ਕਿ 75 ਸਾਲ ਤੋਂ ਉੱਪਰ ਪਾਰਟੀ ਦੇ ਵਿੱਚ ਹੁਣ ਅਗਲੇ ਸਮੇਂ ਪਾਰਟੀ ਦੇ ਵਿੱਚ ਘੱਟ ਹੀ ਅਕਾਲੀ ਆਗੂ ਬਚੇ ਹਨ। ਤੇ ਚਰਨਜੀਤ ਸਿੰਘ ਅਟਵਾਲ ਭਾਵੇਂ ਪਾਰਟੀ ਦੇ ਵਾਹਦ ਆਗੂਆਂ ਦੇ ਵਿੱਚੋਂ ਇੱਕ ਸਨ, ਪਰੰਤੂ ਉਹਨਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ। ਹਾਲਾਂਕਿ ਉਹਨਾਂ ਨੇ ਹਫ਼ਤਾ ਕੁ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਬੜੇ ਮਾਣ ਸਤਿਕਾਰ ਦੇ ਤੌਰ ਉੱਤੇ ਅਸਤੀਫਾ ਦੇ ਦਿੱਤਾ ਸੀ, ਕਿਉਂਕਿ ਉਹਨਾਂ ਦੇ ਸੁਪੁੱਤਰ ਇਕਬਾਲ ਸਿੰਘ ਅਟਵਾਲ ਜਲੰਧਰ ਜ਼ਿਮਨੀ ਚੋਣ ਵਿੱਚ ਉਹ ਭਾਜਪਾ ਦੇ ਉਮੀਦਵਾਰ ਹਨ। ਲਿਹਾਜ਼ਾ ਫਿਲਹਾਲ ਜਿੱਥੇ ਪਹਿਲਾਂ ਉਹਨਾਂ ਨੇ ਨੈਤਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਉਹ ਲਾਂਭੇ ਹੋਏ ਚਰਨਜੀਤ ਸਿੰਘ ਅਟਵਾਲ, ਅੱਜ ਉਹਨਾਂ ਨੇ ਅਗਲੇ ਸਮੇਂ ਯਾਨੀ ਕਿ ਅਗਲੀ ਸਿਆਸੀ ਪਾਰੀ ਵਜੋਂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ। ਤੇ ਰਹੀ ਗੱਲ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਜਾਂ ਮੁੱਖ ਸਰਪ੍ਰਸਤ ਦੀ ਜਿਹੜੀ ਅਸਾਮੀ ਹੈ ਪੁਰ ਕਰਨ ਲਈ ਸ਼ਾਇਦ ਹੀ ਕੋਈ ਅਜਿਹਾ ਲੀਡਰ ਹੋਵੇ ਜਿਸ ਉੱਤੇ ਅਜਿਹਾ ਗੁਣਿਆ ਪੈ ਸਕਦਾ ਹੋਵੇ। ਬੀਬੀ ਜਗੀਰ ਕੌਰ ਭਾਵੇਂ ਵਾਹਦ ਆਗੂਆਂ ਦੇ ਵਿੱਚੋਂ ਇੱਕ ਨੇ, ਪਰੰਤੂ ਉਹ ਵੀ ਹੁਣ ਪਿਛਲੇ ਸਮੇਂ ਤੋਂ ਪਾਰਟੀ ਤੋਂ ਬਾਹਰ ਨੇ। ਹਾਂਜੀ ਡਾਕਟਰ ਸਾਹਿਬ। ਬਿਲਕੁਲ ਭਿੰਡਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਇਸ ਤਰ੍ਹਾਂ ਦਾ, ਇਸ ਉਮਰ ਦੇ ਹਿਸਾਬ ਨਾਲ, ਤਜਰਬੇ ਦੇ ਹਿਸਾਬ ਨਾਲ ਬਹੁਤ ਘੱਟ ਨਜ਼ਰ ਆ ਰਹੇ ਨੇ। ਜਿਸ ਤਰ੍ਹਾਂ ਕਿ ਲੱਗਦਾ ਹੈ, ਕਿਉਂਕਿ ਜਿਵੇਂ ਜਿੱਡਾ ਕੱਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸੀ, ਜੋ ਉਹਨਾਂ ਨੇ ਦੇਣ ਦਿੱਤੀ ਹੈ, ਉਸ ਪੱਧਰ ਤੇ ਮਤਲਬ ਕੋਈ ਅਗਲੀ ਕਤਾਰ ਦੇ ਵਿੱਚੋਂ ਕੋਈ ਲੀਡਰ ਆਵੇ, ਉਹ ਦੇਖਣਾ ਔਖਾ ਲੱਗਦਾ ਹੈ। ਪਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਪ੍ਰਸਤ ਦੀ ਜ਼ਰੂਰ ਹੈ, ਸਰਪ੍ਰਸਤ ਦਾ, ਕਿਉਂਕਿ ਇਹ ਇੱਕ ਖੇਤਰੀ ਪਾਰਟੀ ਹੈ, ਇਹਦੇ ਲਈ ਇਸ ਤਰ੍ਹਾਂ ਦਾ ਇੱਕ ਚਿਹਰਾ ਮੋਹਰਾ ਜਿਹੜਾ ਕਿ ਪ੍ਰਬੰਧ ਹੋਵੇ ਤੇ ਜਿਹਦੇ ਪਾਸ ਲੰਬਾ ਤਜਰਬਾ ਹੋਵੇ, ਜਿਹੜਾ ਕਿ ਪਾਰਟੀ ਨੂੰ ਸੇਧ ਵੀ ਦੇ ਸਕਦਾ ਹੋਵੇ, ਦਿਸ਼ਾ ਨਿਰਦੇਸ਼ ਵੀ, ਜਿਹਦੀ ਸਲਾਹ ਦੀ ਕਦਰ ਕੀਤੀ ਜਾਂਦੀ ਹੋਵੇ, ਜਿਹਦੇ ਪਾਸ ਲੰਬਾ ਵਿਸ਼ਾਲ ਤਜਰਬਾ ਹੋਵੇ, ਉਸ ਵਿਅਕਤੀ ਨੂੰ ਸਰਪ੍ਰਸਤ ਬਣਾਉਣਾ ਪਊਗਾ। ਤੇ ਉਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਵੇਗਾ ਵੀ ਕਿਸ ਤਰ੍ਹਾਂ ਦਾ ਪਾਰਟੀ ਦਾ ਨਜ਼ਰੀਆ ਤੇ ਕਿਸ ਤਰ੍ਹਾਂ ਪਾਰਟੀ ਦੀ ਸੋਚ ਬਣਦੀ ਹੈ, ਕਿਉਂਕਿ ਰੀਜਨਲ ਪਾਰਟੀ ਹੋਣ ਕਰਕੇ, ਖੇਤਰੀ ਪਾਰਟੀ ਹੋਣ ਕਰਕੇ, ਪੰਜਾਬੀਆਂ ਦੀ ਪਾਰਟੀ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਸਰਪ੍ਰਸਤ ਬਣਾਉਣਾ ਜ਼ਰੂਰ ਪਏਗਾ। ਜੀ ਭਿੰਦਰ ਸਾਹਿਬ। ਡਾਕਟਰ ਸਾਹਿਬ, ਪਰਮਜੀਤ ਸਿੰਘ ਸਰਨਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਇਸ ਵੇਲੇ ਪ੍ਰਧਾਨ ਨੇ, ਭਾਵੇਂ ਉਮਰ ਦੇ ਤਕਾਜ਼ੇ ਪੱਖੋਂ, ਤਜਰਬੇ ਪੱਖੋਂ ਉਹਨਾਂ ਦਾ ਵੀ ਇੱਕ ਵੱਡਾ ਨਾਂ ਹੈ, ਪਰੰਤੂ ਸਰਪ੍ਰਸਤ ਜਾਂ ਮੁੱਖ ਸਰਪ੍ਰਸਤ ਦਾ ਗੁਣੀਆ ਉਹਨਾਂ ਉੱਤੇ ਸ਼ਾਇਦ ਹੀ ਪੈ ਸਕੇ, ਕਿਉਂਕਿ ਉਹ ਪੰਜਾਬੋਂ ਬਾਹਰ ਨੇ। ਉਂਝ ਵੀ ਉਹ ਨਾਨ ਐਕਟਿਵ ਨਹੀਂ, ਇਸ ਵੇਲੇ ਉਹ ਪੂਰੀ ਤਰ੍ਹਾਂ ਐਕਟਿਵ ਵੀ ਨੇ।
ਸਰਪ੍ਰਸਤ ਤੇ ਮੁੱਖ ਸਰਪ੍ਰਸਤ ਆਮ ਤੌਰ ਤੇ ਪਾਰਟੀਆਂ ਵੱਲੋਂ ਖਾਸ ਕਰਕੇ ਨਾਨ ਐਕਟਿਵ ਆਗੂਆਂ ਨੂੰ ਬਣਾਇਆ ਜਾਂਦਾ ਹੈ, ਕਿਉਂਕਿ ਉਹਨਾਂ ਦਾ ਤਜਰਬਾ ਹੀ ਗ੍ਰਹਿਣ ਕੀਤਾ ਜਾਂਦਾ ਹੈ। ਖੈਰ ਫਿਲਹਾਲ ਪਾਰਟੀ ਸ਼ਰਧਾਂਜਲੀ ਸਮਾਗਮ ਮਗਰੋਂ ਇਸ ਵੇਲੇ ਸ਼ਾਇਦ ਵੱਡਾ ਜਿਹੜਾ ਫੋਕਸ ਕਰੇਗੀ ਉਹ ਜਲੰਧਰ ਦੀ ਜਿਮਨੀ ਚੋਣ ਉੱਤੇ ਕਰੇਗਾ। ਤੇ ਡਾਕਟਰ ਸਾਹਿਬ ਕੱਲ ਦੇ ਇੱਕ ਸ਼ਰਧਾਂਜਲੀ ਸਮਾਗਮ ਦੇ ਵਿੱਚੋਂ ਇੱਕ ਹੋਰ ਗੱਲ ਵੀ ਸਾਹਮਣੇ ਆ ਰਹੀ ਹੈ। ਸੁਖਬੀਰ ਸਿੰਘ ਬਾਦਲ ਦੀ ਜਿਹੜੀ ਟੀਮ ਦੇ ਅਗਲੇ ਦੋ ਮੋਹਰੀ ਲੀਡਰਾਂ ਦੇ ਵਿੱਚ, ਆਗੂਆਂ ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੱਡੇ ਜਾਂ ਮੋਟੇ ਤੌਰ ਤੇ ਸਾਹਮਣੇ ਆਏ ਨੇ। ਭਾਵੇਂ ਕਿ ਸ਼ਰਧਾਂਜਲੀ ਸਮਾਗਮ ਦੇ ਵਿੱਚ ਪਾਰਟੀ ਦੀ ਹੋਰ ਲੀਡਰਸ਼ਿਪ ਨੂੰ ਸਰਧਾ ਅਰਪਿਤ ਕਰਨ ਲਈ ਬੁਲਾਉਣਾ ਔਖਾ ਵੀ ਹੁੰਦਾ ਹੈ, ਟਾਈਮ ਲੱਗ ਜਾਂਦਾ ਹੈ, ਪਰੰਤੂ ਫਿਰ ਵੀ ਜਿਸ ਤਰ੍ਹਾਂ ਭੁੰਦੜ ਸਾਹਿਬ ਤੇ ਪ੍ਰੋਫੈਸਰ ਚੰਦੂਮਾਜਰਾ ਸਾਹਿਬ ਨੂੰ ਉੱਥੇ ਮੰਚ ਉੱਤੇ ਉਹਨਾਂ ਨੂੰ ਬੁਲਾਇਆ ਗਿਆ, ਉਹਨਾਂ ਨੇ ਆਪਣੀਆਂ ਤਕਰੀਰਾਂ ਦੇ ਵਿੱਚ ਪਾਰਟੀ ਦੀਆਂ ਨੀਤੀਆਂ ਤੇ ਪ੍ਰਕਾਸ਼ ਸਿੰਘ ਬਾਦਲ ਸੰਬੰਧੀ ਆਪਣੇ ਵਿਚਾਰ ਪ੍ਰਗਟਾਏ। ਤੇ ਇੱਕ ਜਿਹੜੀ ਵੱਡੀ ਗੱਲ ਹੋਰ ਸਾਹਮਣੇ ਆਈ ਡਾਕਟਰ ਸਾਹਿਬ, ਦੋਨੇ ਆਗੂਆਂ ਨੇ, ਪ੍ਰੋਫੈਸਰ ਚੰਦੂਮਾਜਰਾ ਸਾਹਿਬ ਤੇ ਭੁੰਦੜ ਸਾਹਿਬ, ਦੋਵਾਂ ਨੇ ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਬਾਦਲ ਪਰਿਵਾਰ ਦੇ ਵਿੱਚੋਂ ਹੀ ਨੇ, ਸੁਖਬੀਰ ਸਿੰਘ ਬਾਦਲ ਦੇ ਚਚੇਰੇ ਬ੍ਰਦਰ ਵੀ ਨੇ ਤੇ ਕਾਂਗਰਸ ਦੇ ਵਿੱਚੋਂ ਹੁੰਦੇ ਹੋਏ ਇਸ ਵੇਲੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਪੁੱਜ ਚੁੱਕੇ ਨੇ। ਉਹਨਾਂ ਨੂੰ ਇੱਕ ਤਰ੍ਹਾਂ ਸੱਦਾ ਦਿੱਤਾ ਗਿਆ ਕਿ ਉਹ ਸੁਖਬੀਰ ਦੇ ਨਾਲ ਬਰਾਬਰ ਤੁਰਨ ਲਈ ਅੱਗੇ ਆਉਣ, ਜਾਫੀ ਪਾਉਣ, ਪਰੰਤੂ ਮਨਪ੍ਰੀਤ ਸਿੰਘ ਬਾਦਲ ਵੱਲੋਂ ਹਾਲੇ ਅਜਿਹੀ ਤਰ੍ਹਾਂ ਦਾ ਸਿੱਧੇ ਤੌਰ ਤੇ ਹੰਗਾਰਾ ਨਹੀਂ ਦਿੱਤਾ। ਡਾਕਟਰ ਸਾਹਿਬ ਤੁਸੀਂ ਆਪਣੇ ਨਜ਼ਰੀਏ ਤੋਂ ਦੱਸਿਓ ਕਿ ਅਗਲੇ ਸਮੇਂ ਮਨਪ੍ਰੀਤ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਸਿਆਸੀ ਪੜਾਅ ਜਾਂ ਮਹਾਜ ਹੈ ਉਹ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ? ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕਾਲ ਚਲਾਣੇ ਤੋਂ ਉਹਨਾਂ ਦੇ ਕੱਲ ਦੇ ਸ਼ਰਧਾਂਜਲੀ ਸਮਾਰੋਹ ਤੱਕ ਕਿਹਾ ਜਾਂਦਾ ਜੋ ਵਰਤਾਰਾ ਵਾਪਰਿਆ, ਕਿਉਂਕਿ ਬਹੁਤ ਵੱਡੇ ਮਨੁੱਖ ਸਨ ਉਹ, ਤੇ ਪਰਿਵਾਰ ਦੇ ਵਿੱਚ ਪੰਜਾਬ ਦੇ ਲੀਡਰ ਤੇ ਪਰਿਵਾਰ ਦਾ ਉਹਨਾਂ ਦੇ ਬਹੁਤ ਵੱਡਾ ਦੇਣ ਸੀ। ਤੇ ਉਹਦੇ ਬਾਅਦ ਦੇ ਵਿੱਚ ਜਿਸ ਤਰ੍ਹਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ ਤੇ ਸਮੁੱਚਾ ਬਾਦਲ ਪਰਿਵਾਰ ਨੇ ਜਿਸ ਤਰ੍ਹਾਂ ਦੀ ਸੰਵੇਦਨਾ ਪ੍ਰਗਟ ਕੀਤੀ ਹੈ, ਜਿਸ ਤਰ੍ਹਾਂ ਇਸ ਦੁੱਖ ਨੂੰ ਝੱਲਿਆ ਤੇ ਆਪਣੇ ਆਪ ਨੂੰ ਸੰਭਾਲਿਆ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਸਮਾਜਿਕ ਧਾਰਮਿਕ ਰਸਮਾਂ ਅਦਾ ਕੀਤੀਆਂ ਨੇ, ਜਿਸ ਤਰ੍ਹਾਂ ਉਹਨਾਂ ਨੇ ਸੰਵੇਦਨਾ ਨੂੰ ਪ੍ਰਗਟਾਇਆ, ਉਹਨਾਂ ਦੇ ਅੰਤਮ ਦਰਸ਼ਨਾਂ ਤੋਂ ਲਾ ਕੇ ਫਿਰ ਉਹਨਾਂ ਦੇ ਸੰਸਕਾਰ ਤੱਕ, ਫਿਰ ਉਹਨਾਂ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਪਾਉਣ ਵੇਲੇ ਜਿਸ ਤਰ੍ਹਾਂ ਦੀ ਉਹਨਾਂ ਦੀ ਸੈਂਸਿਟੀਵਿਟੀ ਸਾਹਮਣੇ ਆਈ ਹੈ, ਉਹਨਾਂ ਦੇ ਨਾਲ ਸਰਦਾਰ ਮਨਪ੍ਰੀਤ ਸਿੰਘ ਬਾਦਲ ਵੀ ਨਾਲ ਵਿਚਰਦੇ ਰਹੇ। ਇਹਦੇ ਤੋਂ ਇਹ ਲੱਗਦਾ ਵੀ ਪਰਿਵਾਰ ਦੇ ਵਿੱਚ ਕੁਛ ਅੰਦਰੋਂ ਅੰਦਰੀ ਉਹਨਾਂ ਨੇ ਆਪਣੇ ਵੱਡੇ ਪੁਰਖੇ ਦੇ ਜਾਣ ਤੋਂ ਬਾਅਦ ਆਪਣੇ ਆਪ ਨੂੰ ਚਿੰਤਨ ਕੀਤਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਕਿ ਆਪਣੀ ਸਪੀਚ ਦੇ ਵਿੱਚ ਵੀ ਉਹਨਾਂ ਨੇ ਧੰਨਵਾਦ ਕੀਤਾ ਤੇ ਜਿੱਥੇ ਉਹਨਾਂ ਨੇ ਮਾਫੀ ਵੀ ਮੰਗੀ ਹੈ ਤੇ ਕਿਹਾ ਵੀ ਜੇ ਮੇਰੇ ਤੋਂ ਸਾਡੇ ਤੋਂ ਕੋਈ ਗਲਤੀਆਂ ਹੋਈਆਂ ਨੇ ਤਾਂ ਉਹਦੇ ਲਈ ਮਾਫ ਵੀ ਕੀਤਾ ਜਾਵੇ। ਇਹ ਤੋਂ ਇਹ ਲੱਗਦਾ ਵੀ ਇਹ ਵਡੇਰੇ ਹਿੱਤਾਂ ਦੇ ਲਈ ਇਹ ਮਤਲਬ ਇਹ ਪਰਿਵਾਰ ਮੁੜ ਕੇ ਇਕੱਠਾ ਹੋਏਗਾ, ਜਿਸ ਤਰ੍ਹਾਂ ਕਿ ਬਲਵਿੰਦਰ ਸਿੰਘ ਭੁੰਦੜ ਸਾਹਿਬ ਨੇ ਕਿਹਾ ਵੀ ਮਨਪ੍ਰੀਤ ਬਾਦਲ ਸੁਖਬੀਰ ਦੇ ਨਾਲ ਆਉਣ, ਇਸੇ ਤਰ੍ਹਾਂ ਚੰਦੂਮਾਜਰਾ ਸਾਹਿਬ ਨੇ ਕਿਹਾ ਤੇ ਇਕਮੁੱਠ ਹੋ ਕੇ ਆਪਾਂ ਆਪਣਾ ਰਾਜ ਪ੍ਰਾਪਤ ਕਰੀਏ, ਸ਼ਕਤੀ ਪ੍ਰਾਪਤ ਕਰੀਏ ਜਿਹੜੇ ਤੋਂ ਬਿਰਬੇ ਹੋ ਗਏ ਆ। ਇਹ ਇਸ ਤਰ੍ਹਾਂ ਲੱਗਦਾ ਵੀ ਇਹਦੇ ਤੋਂ ਵੀ ਦੁਬਾਰਾ ਪਰਿਵਾਰ ਆਪਣੀ ਜਗ੍ਹਾ ਤੇ ਜੋ ਸਿਧਾਂਤਕ ਇਹਨਾਂ ਦੇ ਮਤਭੇਦ ਹੋਏ ਸੀ ਉਹਨਾਂ ਨੂੰ ਦੂਰ ਕਰਨਗੇ। ਤੇ ਜਿਸ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਦਾ ਭਾਸ਼ਣ ਵੀ ਸੀ, ਜਿਵੇਂ ਉਹਨਾਂ ਨੇ ਦਿੱਤਾ ਸਰਦਾਰ ਬਾਦਲ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਹੈ ਤੇ ਵਚਨ ਕੀਤੇ ਨੇ ਜਿਸ ਤਰ੍ਹਾਂ ਦੇ, ਉਹ ਵੀ ਦੇਖਣ ਵਾਲੀ ਗੱਲ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ। ਜੀ ਭਿੰਡਰ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਅਕਾਲੀ ਸਿਆਸਤ ਹੁਣ ਦਾ ਜਿਹੜਾ ਅਸਲੀ ਚਿਹਰਾ ਮੂਹਰ ਹੈ ਲੋਕਾਂ ਦੇ ਵਿੱਚ, ਅਕਾਲੀ ਸਿਆਸਤ ਕਿੱਥੇ ਖੜੀ ਹੈ, ਉਹਦਾ ਇੱਕ ਭਾਗ, ਇੱਕ ਅਧਿਆਏ ਜਲੰਧਰ ਜਿਮਨੀ ਚੋਣ ਤੋਂ ਵੀ ਸਾਹਮਣੇ ਆਏਗਾ। ਡਾਕਟਰ ਸਾਹਿਬ ਆਪਾਂ ਅੱਗੇ ਆਈਏ, ਦਿੱਲੀ ਦੇ ਵਿੱਚ ਜੰਤਰ ਮੰਤਰ ਉੱਤੇ ਦੇਸ਼ ਦੇ ਪਹਿਲਵਾਨਾਂ ਦਾ, ਮਹਿਲਾ ਪਹਿਲਵਾਨਾਂ ਦਾ ਜਿਹੜਾ ਧਰਨਾ ਹੈ ਉਹ ਨਿਰੰਤਰ ਜਾਰੀ ਹੈ ਤੇ ਰੋਜ਼ ਮਰਾ ਉਸ ਰੋਜ਼ ਧਰਨੇ ਦੇ ਵਿੱਚ ਨਵੇਂ ਮੋੜ ਕੱਟੇ ਜਾ ਰਹੇ ਨੇ। ਤਾਜ਼ਾ ਤਰੀਨ ਡਾਕਟਰ ਸਾਹਿਬ ਹਾਲਾਤਾਂ ਨੂੰ ਬਿਆਨਿਓ ਕਿ ਉਹ ਧਰਨਾ ਅਗਲੇ ਸਮੇਂ ਦੇਸ਼ ਦੀ ਸਿਆਸਤ ਦੇ ਵਿੱਚ ਜਾਂ ਪੰਜਾਬ ਦੀ ਸਮਾਜਿਕ ਫਿਜ਼ਾ ਦੇ ਵਿੱਚ ਕਿਸ ਤਰ੍ਹਾਂ ਦਾ ਅਸਰ ਪਾਉਣ ਵਾਲਾ ਹੈ? ਇਸ ਧਰਨੇ ਬਾਰੇ ਜਿੱਥੋਂ ਤੱਕ ਹੈਗਾ, ਸੁਪਰੀਮ ਕੋਰਟ ਨੇ ਅੱਜ ਜਿਹੜੀ ਪਹਿਲਵਾਨਾਂ ਦੀ ਪਟੀਸ਼ਨ ਸੀ ਉਹ ਤੇ ਸੁਣਵਾਈ ਬੰਦ ਕਰ ਦਿੱਤੀ ਹੈ। ਜਿਸ ਤਰ੍ਹਾਂ ਦਾ ਇੱਕ ਤੇ ਤਾਜ਼ਾ ਤਰੀਨ ਤਾਂ ਇਹ ਆਇਆ, ਉਹ ਕਹਿਣ ਦਾ ਭਾਵ ਇਹ ਹੈ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਵੀ ਇਹਨਾਂ ਦੀ
ਪਟੀਸ਼ਨ ਦੇ ਉੱਪਰ FIR ਦਰਜ ਕਰਨੀ ਸੀ ਤੇ ਉਹ ਦਰਜ ਹੋ ਚੁੱਕੀ ਹੈ ਤੇ ਮਹਿਲਾ ਪਹਿਲਵਾਨਾਂ ਨੂੰ ਸੁਰੱਖਿਆ ਮਿਲਣੀ ਸੀ, ਉਹ ਵੀ ਦੇ ਦਿੱਤੀ ਗਈ। ਹੁਣ ਇਹ ਅਗਲੀ ਕਾਰਵਾਈ ਦੇ ਲਈ ਲੋਅਰ ਕੋਰਟ ਦੇ ਵਿੱਚ ਜਾ ਸਕਦੇ ਨੇ। ਇਹ ਤਾਂ ਅਦਾਲਤੀ ਜੋ ਤੇ ਦੂਸਰੇ ਪਾਸੇ ਜਿਸ ਤਰ੍ਹਾਂ ਕਿ ਪਹਿਲਵਾਨਾਂ ਦੇ ਨਾਲ ਖਿੱਚੂ ਹੋਈ, ਉਹਨਾਂ ਨੂੰ ਕੁੱਟਮਾਰ ਦਾ ਵੀ ਹੋਇਆ ਤੇ ਉਸ ਤਰ੍ਹਾਂ ਦੋਸ਼ ਲਾਏ ਵੀ ਪੁਲਿਸ ਨੇ ਸਾਨੂੰ ਕੁੱਟਮਾਰ ਕੀਤੀ ਹੈ ਤੇ ਉੱਥੇ ਆਉਣ ਨਹੀਂ ਦਿੱਤਾ ਜਾ ਰਿਹਾ, ਪਰੰਤੂ ਇਸ ਧਰਨੇ ਨੂੰ ਵੱਡਾ ਸਮਰਥਨ ਮਿਲਿਆ। ਡਾਕਟਰ ਸਾਹਿਬ, ਦਿੱਲੀ ਪੁਲਿਸ ਨੇ ਕੱਲ ਬਕਾਇਦਾ ਡਿਨਾਈ ਵੀ ਕੀਤਾ, ਉਹਨਾਂ ਕਿਹਾ ਅਜਿਹੀ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ। ਹਾਂਜੀ ਡਾਕਟਰ ਸਾਹਿਬ, ਕੁੱਟਮਾਰ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਹੈ, ਇਸ ਤਰ੍ਹਾਂ ਦਾ ਹੋਇਆ ਤੇ ਪਰ ਇਸ ਤਰ੍ਹਾਂ ਦਾ ਇਹ ਸਮਰਥਨ ਮਿਲ ਰਿਹਾ ਹੈ ਕਿਸਾਨਾਂ ਵੱਲੋਂ, ਵਿਦਿਆਰਥੀਆਂ ਵੱਲੋਂ, ਵਿਮਨ ਸੰਗਠਨਾਂ ਦੇ ਵੱਲੋਂ, ਲੇਖਕਾਂ ਦੇ ਵੱਲੋਂ, ਬਿਲਕੁਲ ਇਹ ਬੜੇ ਵੱਡੇ ਪੱਧਰ ਤੇ ਗੱਲ, ਹਾਂਜੀ ਬਿਲਕੁਲ ਬਹੁਤ ਮਿਲ ਰਿਹਾ ਹੈ। ਤੇ ਜਿੱਥੋਂ ਤੱਕ ਖਿਆਲ ਹੈ ਕਿ ਵਰਲਡ ਦੀ ਜਿਹੜੀ ਹੈਗੀ ਹੈ ਆਰਗੇਨਾਈਜੇਸ਼ਨ ਹੈਗੀ ਯੂਨਾਈਟਿਡ ਵਰਲਡ ਰੈਸਲਿੰਗ ਦੇ ਪ੍ਰਧਾਨ ਨੇ ਵੀ ਇਹਦੇ ਬਾਰੇ ਚਿੱਠੀ ਲਿਖ ਕੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਤੇ ਪੁੱਛਿਆ ਵੀ ਕਿਸ ਤਰ੍ਹਾਂ ਇਹ ਕਾਰਜ ਹੋ ਰਿਹਾ ਹੈ। ਇਹ ਬਹੁਤ ਵੱਡੇ ਪੱਧਰ ਤੇ ਵਿਆਪਕ ਤੌਰ ਤੇ ਫੈਲ ਚੁੱਕਿਆ ਹੈ। ਕਹਿੰਦਾ ਭਾਵ ਕਿ ਇਹ ਕਮਾਂਤਰੀ ਮੱਧਾਂ ਨੂੰ ਛੂਹ ਰਿਹਾ ਇਸ ਵੇਲੇ, ਕਮਾਂਤਰੀ ਮੱਧ ਉੱਤੇ ਇਹਦੀ ਧਮਕ ਜਾਂ ਗੂੰਜ ਪੈਣ ਲੱਗੀ ਹੈ। ਹਾਂਜੀ ਡਾਕਟਰ ਸਾਹਿਬ। ਬਿਲਕੁਲ ਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰੇਲਾਂ ਰੋਕਣ ਦਾ ਐਲਾਨ ਕੀਤਾ ਕਿਉਂਕਿ ਉਹਨਾਂ ਨੇ ਕੱਲ ਆਪਣਾ ਇੱਕ ਜਥਾ ਭੇਜਿਆ ਸੀ ਕਿਸਾਨਾਂ ਦਾ ਦਿੱਲੀ ਮੋੜ, ਜਿਹਨੂੰ ਸਿੰਘੂ ਬਾਰਡਰ ਦੇ ਉੱਪਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਉਹਨਾਂ ਨੂੰ ਥਾਣੇ ਲੈ ਗਏ ਨੇ ਤੇ ਅੱਗੇ ਨਹੀਂ ਜਾਣ ਦਿੱਤਾ। ਉਹਨਾਂ ਨੇ ਇਹਦੀ ਨਿਖੇਧੀ ਕਰਦੇ ਹੋਏ ਰੇਲਾਂ ਰੋਕਣ ਦਾ ਵੀ ਐਲਾਨ ਕੀਤਾ ਕਿਉਂਕਿ ਇਸ ਜਥੇ ਨੂੰ ਲੈ ਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਗਏ ਸਨ ਤੇ ਇਹਦੇ ਲੀਡਰਾਂ ਨੇ ਐਲਾਨ ਕੀਤਾ ਕਿ ਅਸੀਂ ਰੇਲਾਂ ਰੋਕਾਂਗੇ। ਇਸੇ ਪ੍ਰਕਾਰ ਡਾਕਟਰ ਕਮਲਜੀਤ ਕੌਰ ਢਿੱਲੋਂ ਨੇ ਇਹਦੇ ਜਥਾ ਲੈ ਕੇ, ਔਰਤਾਂ ਦਾ ਜਥਾ ਲੈ ਕੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਤਰ੍ਹਾਂ ਦਾ ਲੱਗਦਾ ਵੀ ਇਹ ਵਿਆਪਕ ਪੱਧਰ ਤੇ ਇਹਦਾ ਰੋਹ ਫੈਲ ਰਿਹਾ, ਪਰ ਸਰਕਾਰ ਨੂੰ ਇਹਦੇ ਬਾਰੇ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰਨੀ ਪਵੇਗੀ ਕਿਉਂਕਿ ਸਰਕਾਰ ਪਾਸ ਦੇਖੋ ਇਹਦੇ ਸਰੋਤ ਸਾਰੇ ਨੇ, ਉਹਨਾਂ ਨੂੰ ਜਾਣਕਾਰੀ ਵੀ ਹੋਏਗੀ, ਉਹਨਾਂ ਪਾਸ ਸਾਰਾ ਸਾਧਨ ਨੇ ਕਿ ਕਿਸ ਕਾਰਨ ਹੈ ਵੀ ਸਰਕਾਰ ਇਹਨੂੰ ਲਟਕਾ ਕਿਉਂ ਰਹੀ ਹੈ। ਡਾਕਟਰ ਸਾਹਿਬ ਤੁਸੀਂ ਟਾਈਮ ਕੱਢਿਆ, ਵਕਤ ਕੱਢਿਆ, ਤੁਹਾਡਾ ਧੰਨਵਾਦ। ਮਿਸ਼ਨ ਪੰਜਾਬੀ।